ਕੀ ਹੋ ਗਿਆ ਜੀ? ਸਿੱਧਾ ਹੀ ਮੁੱਖ ਮੰਤਰੀ ਜਾਂ ਕੋਈ ਮਿਨਿਸਟਰ ਨਹੀਂ ਘਰ ਗਏ ਹੈਗੇ, ਪੰਜਾਬ ਦੇ ਰਾਜਪਾਲ ਨੂੰ ਹੀ ਦੁੱਖ ਸੁਣਾਉਣੇ ਮੁਨਾਸਬ ਸਮਝੇ ਜੀ? ਵਿਦਿਆਰਥੀਆਂ ਨੂੰ ਪੁਲਿਸ ਬੁਲਾ ਕੇ ਦਲਿਤ ਬੱਚਿਆਂ ਨੂੰ ਲਿਜਾ ਕੇ ਹਵਾਲਾਟ 'ਚ ਬੰਦ ਕਰ ਦਿੱਤਾ ਜਾਵੇ। ਉਹਨਾਂ ਨੂੰ ਕੁੱਟਿਆ ਗਿਆ, ਉਹਨਾਂ ਨੂੰ ਮੈਂ ਨਾਲ ਲੈ ਕੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਿਆ। ਆਦਮਪੁਰ ਦੇ DSP ਮੌਜੂਦਾ ਜਿਹੜੇ ਸੁਖਰਾਜ ਸਿੰਘ, ਉਹਨਾਂ ਦੇ ਦਫ਼ਤਰ ਦੇ ਅੰਦਰ ਆਦਮਪੁਰ ਹਲਕੇ ਦਾ ਵਿਅਕਤੀ ਜਾਂਦਾ, ਉਹਦੇ ਨਾਲ ਦੁਰਵਿਵਹਾਰ ਕਰਦੇ ਆ। ਇੱਥੋਂ ਤੱਕ ਕਹਿ ਦਿੰਦੇ ਕਿ ਮੇਰੇ ਦਫ਼ਤਰ ਚੋਂ ਬਾਹਰ ਨਿਕਲ, ਨਹੀਂ ਤਾਂ ਮੈਂ ਤੇਰੇ ਖਿਲਾਫ ਪਰਚਾ ਦਊਂਗਾ। DSP ਸਾਹਿਬ ਵੱਲੋਂ ਮੇਰੇ ਨਾਲ ਵਿਵਹਾਰ ਕੀਤਾ ਗਿਆ, ਮੈਂ ਉਹ ਬਿਆਨ ਨਹੀਂ ਕਰ ਸਕਦਾ। ਮੈਂ ਕਿਹਾ ਜੀ, ਆਹ ਲੋਕ ਆਏ ਨੇ, ਇਹਨਾਂ ਦੀ ਗੱਲ ਸੁਣੋ, ਇਹਨਾਂ ਦੇ ਮਸਲੇ ਹੱਲ ਕਰੋ। ਤਾਂ ਮੈਨੂੰ ਕਹਿਣ ਲੱਗੇ ਕਿ ਇਹਨਾਂ ਨੂੰ ਤਾਂ ਮੈਂ ਫੜ ਕੇ ਅੰਦਰ ਦੇਣਾ, ਇਹਨਾਂ ਦੇ ਖਿਲਾਫ ਤਾਂ ਮੈਂ ਪਰਚਾ ਦੇਣਾ। ਕੋੜੀ ਸਾਹਿਬ, ਜਿਹੜਾ DSP ਨੇ ਤੁਹਾਡੇ ਨਾਲ ਦੁਰਵਿਹਾਰ ਕੀਤਾ ਹੈਗਾ, ਉਹ ਤੇ ਤੁਸੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਸ਼ਿਕਾਇਤ ਕਰ ਸਕਦੇ। ਮੈਂ ਇਸ ਸੰਬੰਧੀ ਸਪੀਕਰ ਸਾਹਿਬ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹੇ ਦੇ SSP ਸਰਦਾਰ ਮੁਖਵਿੰਦਰ ਸਿੰਘ ਉਹਨਾਂ ਦੇ ਕੋਲ 150 ਤੋਂ ਵੱਧ ਲੋਕ ਲੈ ਕੇ ਇੱਕ ਡੈਪੂਟੇਸ਼ਨ ਦੇ ਤੌਰ ਤੇ ਜਾ ਕੇ ਮਿਲਿਆ। DSP ਦਫ਼ਤਰ ਦੇ ਸਾਹਮਣੇ ਆਦਮਪੁਰ ਧਰਨਾ ਮਾਰ ਰਿਹਾ। ਜਿਹੜਾ ਪੁਲਿਸ ਵੱਲੋਂ ਸਾਨੂੰ ਅਪਮਾਨਿਤ ਕਰਨਾ ਲੋਕਾਂ ਦੇ ਸਾਹਮਣੇ, ਇਹ ਬਿਲਕੁਲ ਵੀ ਵਾਜਬ ਨਹੀਂ ਹੈ। ਕੋੜੀ ਸਾਹਿਬ, ਇਹ ਤਾਂ ਮਸਲਾ ਪ੍ਰੀਵਿਲੇਜ ਕਮੇਟੀ ਕੋ ਵੀ ਜਾ ਸਕਦਾ ਹੈ। ਮੈਂ ਅੱਜ ਦੇ ਦਿੱਤਾ ਜੀ। ਹਰਪਾਲ ਸਿੰਘ ਚੀਮਾ ਲਾ ਲਓ ਜਾਂ ਹਰਭਜਨ ਸਿੰਘ ਈਟੀਓ ਲਾ ਲਓ ਜਾਂ ਡਾਕਟਰ ਬਲਜੀਤ ਕੌਰ, ਉਹ ਤਾਂ ਕਹਿੰਦੇ ਕਿ ਦਲਿਤਾਂ ਦੇ ਤੇ ਕਾਂਗਰਸ ਪਾਰਟੀ ਵਾਲੇ ਬੜਾ ਅਤਿਆਚਾਰ ਕਰਦੇ ਹੈਗੇ। ਤੁਸੀਂ ਕਹਿ ਰਹੇ ਹੋ ਕਿ ਨਹੀਂ, ਤੁਹਾਡੇ ਨਾਲ ਵੀ ਉੱਥੇ ਵਿਹਾਰ ਨਹੀਂ ਪੇਸ਼ ਕੀਤਾ ਗਿਆ, ਕੁੜੀਆਂ ਨੂੰ ਵੀ ਥਾਣੇ 'ਚ ਰੱਖਿਆ ਗਿਆ। ਤੇ ਤੁਸੀਂ ਕਹਿੰਦੇ ਕੁੜੀਆਂ ਦੇ ਨਾਲ DSP ਨੇ ਬੜੀ ਮੰਦੀ ਜਿਹੜੀ ਸ਼ਬਦਾਵਲੀ ਬੋਲੀ ਹੈਗੀ ਹੈ। ਕਿਹੜੇ ਮੂੰਹ ਦੇ ਨਾਲ ਹਰਪਾਲ ਚੀਮਾ ਜੀ ਕਹਿ ਰਹੇ ਆ ਕਿ ਦਲਿਤਾਂ ਦੇ ਨਾਲ ਬੇਇਨਸਾਫੀ ਜਿਹੜੀ ਆ ਉਹ ਨਹੀਂ ਹੋ ਰਹੀ? ਤਾਂ ਮੈਨੂੰ ਹਰਪਾਲ ਚੀਮਾ ਜੀ ਦੱਸਣ ਕਿ ਇਹਨਾਂ ਨੇ ਰਿਪੋਰਟ ਲਈ ਕਿ ਕਿਹੜੇ ਵਿਦਿਆਰਥੀਆਂ ਨੂੰ ਐਗਜ਼ਾਮ ਦੇ ਅੰਦਰ ਨਹੀਂ ਬੈਠਣ ਦਿੱਤਾ ਗਿਆ, ਕਿਹੜੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਗਿਆ, ਭਵਿੱਖ ਤਬਾਹ ਹੋ ਗਈ। ਕੀ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਨਹੀਂ? ABC ਚੈਨਲ ਦੇ ਉੱਤੇ ਬੇਵਾਕ ਇੰਟਰਵਿਊ ਚੱਲੀ ਹੈ। ਹਰਪਾਲ ਚੀਮਾ ਜੀ ਕਹਿ ਰਹੇ ਨੇ, ETO ਸਾਹਿਬ ਕਹਿ ਰਹੇ ਨੇ, ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਲੈਣ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਤਾਂ ਮੇਰੇ ਖਿਆਲ ਭਗਵੰਤ ਮਾਨ ਜੀ ਵੀ ਸਿੱਧੇ ਫਿਰ ਗਵਰਨਰ ਹਾਊਸ ਜਾਂਦੇ ਸੀ। ਡੈਮੋਨਸਟ੍ਰੇਸ਼ਨ ਕਰਦਿਆਂ ਲਾਠੀਆਂ ਪੈਣ ਤਾਂ ਮੇਰੇ ਖਿਆਲ ਦੇ ਅੰਦਰ ਹਰਪਾਲ ਚੀਮਾ ਜੀ ਥੋੜਾ ਜਿਹਾ ਹੋਸ਼ ਵਿੱਚ ਆਓ ਔਰ ਲੋਕਾਂ ਨੂੰ ਇਨਸਾਫ ਦਿਓ। ਤੁਸੀਂ ਪੰਜਾਬ ਦੇ ਖਜ਼ਾਨਾ ਮੰਤਰੀ ਹੋ। ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਅੱਜ ਅਸੀਂ ਗੱਲ ਕਰਾਂਗੇ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੋਣਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਨੇ। ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਹੈਗੀ ਤੇ ਆਖਰ ਪੰਜਾਬ ਸਰਕਾਰ ਦੀ ਬਜਾਏ ਪੰਜਾਬ ਰਾਜ ਭਵਨ ਦਾ ਦਰਵਾਜ਼ਾ ਕਿਉਂ ਖੜਕਾਉਣਾ ਪਿਆ, ਉਸ ਮੁਤਲਕ ਹੀ ਅਸੀਂ ਗੱਲਬਾਤ ਕਰਾਂਗੇ। ਕੋੜੀ ਸਾਹਿਬ, ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ। ਧੰਨਵਾਦ ਜੀ ਭੁੱਲਰ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ। ਕੀ ਹੋ ਗਿਆ ਜੀ? ਸਿੱਧਾ ਹੀ ਮੁੱਖ ਮੰਤਰੀ ਜਾਂ ਕੋਈ ਮਿਨਿਸਟਰ ਨਹੀਂ ਘਰ ਗਏ ਹੈਗੇ, ਪੰਜਾਬ ਦੇ ਰਾਜਪਾਲ ਨੂੰ ਹੀ ਦੁੱਖ ਸੁਣਾਉਣੇ ਮੁਨਾਸਬ ਸਮਝੇ ਜੀ? ਦੇਖੋ, ਪਿਛਲੇ ਦਿਨੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਜਿਹੜਾ ਦਲਿਤ ਵਿਦਿਆਰਥੀਆਂ ਬੱਚਿਆਂ ਨੂੰ ਜਿਹੜਾ ਆ ਉਹ ਪੇਪਰ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ। ਇਹ 26 ਤਰੀਕ ਦਾ ਮਾਮਲਾ ਹੈ। ਔਰ ਜਦੋਂ ਕੋਈ ਵਿਦਿਆਰਥੀ ਡੈਮੋਨਸਟ੍ਰੇਸ਼ਨ ਕਰਦਾ ਹੈ ਕਿ ਉਹਨੂੰ ਇਮਤਿਹਾਨ 'ਚ ਕਿਉਂ ਨਹੀਂ ਬੈਠਣ ਦਿੱਤਾ ਜਾ ਰਿਹਾ, ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸਾਰਾ ਪੈਸਾ ਪੰਜਾਬ ਸਰਕਾਰ ਨੇ ਪੇ ਕਰਨਾ ਹੁੰਦਾ। ਵਿਦਿਆਰਥੀ ਨੇ ਸਿਰਫ ਦਾਖਲਾ ਫੀਸ ਦੇ ਕੇ ਦਾਖਲਾ ਲੈਣਾ ਹੈ। ਪਰ ਬੜੀ ਅਨਫੋਰਚੂਨੇਟਲੀ, ਮੈਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਵਿਦਿਆਰਥੀਆਂ ਦਾ ਐਗਜ਼ਾਮ ਹੋਵੇ ਦੁਪਹਿਰ ਵੇਲੇ ਤੇ ਉਹਨਾਂ ਨੂੰ ਇਮਤਿਹਾਨ ਦੇ ਵਿੱਚ ਬੈਠਣ ਲਈ ਰੋਲ ਨੰਬਰ ਨਾ ਜਾਰੀ ਕੀਤਾ ਜਾਵੇ ਔਰ ਉਹਨਾਂ ਨੂੰ ਵਿਦਿਆਰਥੀਆਂ ਨੂੰ ਪੁਲਿਸ ਬੁਲਾ ਕੇ ਡੈਮੋਨਸਟ੍ਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਲਾਠੀਆਂ ਚੱਲਣ ਔਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੁੱਟਿਆ ਜਾਵੇ ਔਰ ਦਲਿਤ ਬੱਚਿਆਂ ਨੂੰ ਲਿਜਾ ਕੇ ਹਵਾਲਾਟ 'ਚ ਬੰਦ ਕਰ ਦਿੱਤਾ ਜਾਵੇ। ਤਾਂ ਇਸ ਤੋਂ ਮੰਦਭਾਗੀ ਘਟਨਾ ਹੋਰ ਹੋ ਨਹੀਂ ਸਕਦੀ। ਕਿਸੇ ਦੇ ਲਾਅ ਦਾ ਪੇਪਰ ਸੀ, ਕਿਸੇ ਦੇ MA ਦਾ ਪੇਪਰ ਸੀ ਔਰ ਮੈਂ ਮੌਕੇ ਤੇ ਜਾ ਕੇ ਬਾਰਾਂਦਰੀ ਥਾਣੇ ਦੇ ਅੰਦਰ ਜਾ ਕੇ ਉਹਨਾਂ ਬੱਚਿਆਂ ਨੂੰ ਜਿਹੜਾ ਸੀ ਉੱਥੋਂ ਛਡਵਾਇਆ। ਉਸ ਤੋਂ ਬਾਅਦ ਅਗਲੇ ਦਿਨ ਪੁਲਿਸ ਕਮਿਸ਼ਨਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, DC ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਹਜ਼ਾਰਾਂ ਸਟੂਡੈਂਟ ਮੌਕੇ ਤੇ ਆਏ, ਲੇਕਿਨ ਕਿਸੇ ਨੇ ਵੀ ਗੱਲ ਸੁਣਨੀ ਜਿਹੜੀ ਉਹ ਮੁਨਾਸਬ ਨਹੀਂ ਸਮਝੀ ਔਰ ਇਸ ਤਰੀਕੇ ਦਾ ਵਿਵਹਾਰ ਦਲਿਤ ਬੱਚਿਆਂ ਦੇ ਨਾਲ ਕੀਤਾ ਜਾ ਰਿਹਾ ਜਿਹੜਾ ਕੋਈ ਦੱਸਣ ਯੋਗ ਨਹੀਂ ਹੈ। ਇਸ ਕਰਕੇ ਮੈਨੂੰ ਫਿਰ ਅੱਜ ਪੰਜਾਬ ਸਰਕਾਰ ਦਾ ਜਿਹੜਾ ਸੀ ਉਹ ਗਵਰਨਰ ਸਾਹਿਬ ਦਾ ਦਰਵਾਜ਼ਾ ਖਟਖਟਾਉਣਾ ਪਿਆ, ਕਿਉਂਕਿ ਮੈਂ ਕੁਝ ਦਿਨ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੂੰ ਵੀ ਮਿਲਿਆ। ਪਰ ਲੇਕਿਨ ਕੋਈ ਸਾਰਥਕ ਗੱਲ ਨਾ ਹੋਣ ਕਰਕੇ
ਅੱਜ ਮੈਨੂੰ ਜਿਹੜਾ ਦਲਿਤ ਵਿਦਿਆਰਥੀਆਂ ਨੂੰ ਔਰ ਜਿਨ੍ਹਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਮੈਂ ਨਾਲ ਲੈ ਕੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਿਆ। ਦੂਸਰਾ ਮਾਮਲਾ ਇਹ ਸੀ ਕਿ ਆਦਮਪੁਰ ਦੇ ਡੀਐਸਪੀ ਮੌਜੂਦਾ ਜਿਹੜੇ ਸੁਖਰਾਜ ਸਿੰਘ, ਉਹ ਜਦੋਂ ਕੋਈ ਵੀ ਉਹਨਾਂ ਦੇ ਦਫ਼ਤਰ ਦੇ ਅੰਦਰ ਆਦਮਪੁਰ ਹਲਕੇ ਦਾ ਵਿਅਕਤੀ ਜਾਂਦਾ ਉਹਦੇ ਨਾਲ ਦੁਰਵਿਵਹਾਰ ਕਰਦੇ ਆ। ਇੱਥੋਂ ਤੱਕ ਕਹਿ ਦਿੰਦੇ ਕਿ ਮੇਰੇ ਦਫ਼ਤਰ 'ਚੋਂ ਬਾਹਰ ਨਿਕਲ, ਨਹੀਂ ਤਾਂ ਮੈਂ ਤੇਰੇ ਖਿਲਾਫ ਪਰਚਾ ਦਊਂਗਾ। ਮੇਰੇ ਕੋਲ ਜਦੋਂ ਬਹੁਤ ਸਾਰੇ ਮਾਮਲੇ ਆਏ, ਮੈਂ ਖੁਦ ਡੀਐਸਪੀ ਸਾਹਿਬ ਨੂੰ ਮਿਲਣ ਵਾਸਤੇ ਗਿਆ ਔਰ ਜਿਹੜਾ ਡੀਐਸਪੀ ਸਾਹਿਬ ਵੱਲੋਂ ਮੇਰੇ ਨਾਲ ਵਿਵਹਾਰ ਕੀਤਾ ਗਿਆ ਮੈਂ ਉਹ ਬਿਆਨ ਨਹੀਂ ਕਰ ਸਕਦਾ। ਮੈਂ ਕਿਹਾ ਜੀ ਆਹ ਲੋਕ ਆਏ ਨੇ, ਇਹਨਾਂ ਦੀ ਗੱਲ ਸੁਣੋ, ਇਹਨਾਂ ਦੇ ਮਸਲੇ ਹੱਲ ਕਰੋ। ਤਾਂ ਮੈਨੂੰ ਕਹਿਣ ਲੱਗੇ ਕਿ ਇਹਨਾਂ ਨੂੰ ਤਾਂ ਮੈਂ ਫੜ ਕੇ ਅੰਦਰ ਦੇਣਾ, ਇਹਨਾਂ ਦੇ ਖਿਲਾਫ ਤਾਂ ਮੈਂ ਪਰਚਾ ਦੇਣਾ। ਮੈਨੂੰ ਕਹਿੰਦੇ ਜੀ ਤੁਸੀਂ ਬਾਹਰ ਬੈਠੋ, ਤੁਹਾਡੀ ਗੱਲ ਬਾਅਦ 'ਚ ਸੁਣਾਂਗੇ। ਕੀ ਇਹ ਚੁਣੇ ਹੋਏ ਨੁਮਾਇੰਦੇ ਦਾ ਇਹ ਅਪਮਾਨ ਕਰਨਾ ਇਸ ਸਰਕਾਰ ਦੇ ਅੰਦਰ ਇਹਨਾਂ ਅਫਸਰਾਂ ਨੂੰ ਦੱਸਿਆ? ਪਰ ਕੋਟੀ ਸਾਹਿਬ, ਜਿਹੜਾ ਡੀਐਸਪੀ ਨੇ ਤੁਹਾਡੇ ਨਾਲ ਦੁਰਵਿਹਾਰ ਕੀਤਾ ਹੈਗਾ ਜਾਂ ਉਹਨਾਂ ਦਾ ਬੋਲਣ ਦਾ ਤਰੀਕਾ ਜਾਂ ਸਲੀਕਾ ਤੁਹਾਨੂੰ ਚੰਗਾ ਨਹੀਂ ਲੱਗਾ, ਉਹ ਤੇ ਤੁਸੀਂ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਵੀ ਸ਼ਿਕਾਇਤ ਕਰ ਸਕਦੇ। ਮੈਂ ਇਸ ਸੰਬੰਧੀ ਸਪੀਕਰ ਸਾਹਿਬ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹੇ ਦੇ ਐਸਐਸਪੀ ਸਰ ਮੁਖਵਿੰਦਰ ਸਿੰਘ ਉਹਨਾਂ ਦੇ ਕੋਲ 150 ਤੋਂ ਵੱਧ ਲੋਕ ਲੈ ਕੇ ਇੱਕ ਡੈਪੂਟੇਸ਼ਨ ਦੇ ਤੌਰ ਤੇ ਜਾ ਕੇ ਮਿਲਿਆ। ਉਹਨਾਂ ਨੂੰ ਕਿਹਾ ਕਿ ਜੇ ਮੇਰੇ ਨਾਲ ਇੱਕ ਅਜਿਹਾ ਵਰਤਾਰ ਕਰਨਗੇ ਤਾਂ ਫਿਰ ਕੌਣ ਜ਼ਿੰਮੇਵਾਰ ਹੈ? ਫਿਰ ਤਾਂ ਪੁਲਿਸ ਦਾ ਰੱਬ ਹੀ ਰੱਖ ਹੈ। ਪਰ ਜੇ ਉਹਨਾਂ ਵੱਲੋਂ ਵੀ 4 ਦਿਨ ਬੀਤਣ ਬਾਅਦ ਕੋਈ ਗੱਲ ਨਾ ਹੋਵੇ, ਮੈਂ ਪਿਛਲੇ 3 ਦਿਨ ਤੋਂ ਲਗਾਤਾਰ ਧਰਨਾ ਡੀਐਸਪੀ ਦਫ਼ਤਰ ਦੇ ਸਾਹਮਣੇ ਆਦਮਪੁਰ ਧਰਨਾ ਮਾਰ ਰਿਹਾ। ਅੱਜ ਵੀ ਮਤਲਬ ਰਾਤ ਵੀ ਅੱਜ ਵੀ ਧਰਨਾ ਜਿਹੜਾ ਇੱਥੇ ਚੱਲ ਰਿਹਾ, ਲੇਕਿਨ ਕੋਈ ਗੱਲ ਜੇ ਸੁਣਨ ਨੂੰ ਤਿਆਰ ਨਾ ਹੋਵੇ ਤਾਂ ਫਿਰ ਮੇਰੇ ਖਿਆਲ ਦੇ ਅੰਦਰ ਜੇ ਸਰਕਾਰ ਦੇ ਨੁਮਾਇੰਦੇ ਤੁਹਾਡੀ ਗੱਲ ਨਾ ਸੁਣਨ ਤਾਂ ਫਿਰ ਗਵਰਨਰ ਸਾਹਿਬ ਕੋਲ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਅਜਿਹੇ ਮਾਮਲਿਆਂ ਨੂੰ ਲੈ ਕੇ ਮੈਂ ਅੱਜ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਿਆ ਕਿ ਜਿਹੜਾ ਪੁਲਿਸ ਦਾ ਸਾਡੇ ਪ੍ਰਤੀ ਰਵੱਈਆ, ਜਿਹੜਾ ਪੁਲਿਸ ਵੱਲੋਂ ਸਾਨੂੰ ਅਪਮਾਨਿਤ ਕਰਨਾ ਲੋਕਾਂ ਦੇ ਸਾਹਮਣੇ, ਇਹ ਬਿਲਕੁਲ ਵੀ ਵਾਜਬ ਨਹੀਂ ਹੈ। ਕੋਟੀ ਸਾਹਿਬ, ਇਹ ਤਾਂ ਮਸਲਾ ਪ੍ਰੀਵਿਲੇਜ ਕਮੇਟੀ ਕੋ ਵੀ ਜਾ ਸਕਦਾ ਹੈ। ਮੈਂ ਅੱਜ ਦੇ ਦਿੱਤਾ ਜੀ। ਮੈਂ ਅੱਜ ਜਿੱਥੇ ਗਵਰਨਰ ਸਾਹਿਬ ਨੂੰ ਜਿਹੜੀ ਇਹ ਸ਼ਿਕਾਇਤ ਦਿੱਤੀ ਹੈ, ਉੱਥੇ ਮੈਂ ਜਿਹੜਾ ਐਸਸੀ ਕਮਿਸ਼ਨ ਆਫ ਇੰਡੀਆ ਸ਼੍ਰੀ ਵਿਜੇ ਸਾਂਪਲਾ ਜੀ, ਮੈਂ ਉਹਨਾਂ ਨੂੰ ਵੀ ਉਹ ਭੇਜੀ ਹੈ। ਔਰ ਅੱਜ ਇਹ ਮਾਮਲਾ ਜਿਹੜਾ ਮੈਂ ਪ੍ਰੀਵਿਲੇਜ ਕਮੇਟੀ 'ਚ ਮੂਵ ਕੀਤਾ ਹੈਗਾ ਤਾਂ ਕਿ ਉਸ ਅਫਸਰ ਨੂੰ ਬੁਲਾਇਆ ਜਾਵੇ ਔਰ ਸਾਰੀ ਗੱਲਬਾਤ ਜਿਹੜੀ ਹੈ ਉਹ ਫਿਰ ਕੀਤੀ ਜਾਵੇ ਔਰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ। ਇਹ ਮਾਮਲਾ ਮੈਂ ਉੱਥੇ ਵੀ ਲੈ ਕੇ ਗਿਆ। ਜਿਹੜੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਐਸੀ ਮੁੱਦਿਆਂ ਤੇ ਫਿਕਰਮੰਦ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਲਾ ਲਓ ਜਾਂ ਹਰਭਜਨ ਸਿੰਘ ਈਟੀਓ ਲਾ ਲਓ ਜਾਂ ਡਾਕਟਰ ਬਲਜੀਤ ਕੌਰ, ਉਹ ਤਾਂ ਕਹਿੰਦੇ ਕਿ ਦਲਿਤਾਂ ਦੇ ਤੇ ਕਾਂਗਰਸ ਪਾਰਟੀ ਵਾਲੇ ਬੜਾ ਅਤਿਆਚਾਰ ਕਰਦੇ ਹੈਗੇ। ਤੁਸੀਂ ਕਹਿ ਰਹੇ ਹੋ ਕਿ ਨਹੀਂ, ਤੁਹਾਡੇ ਨਾਲ ਵੀ ਉੱਥੇ ਵਿਹਾਰ ਨਹੀਂ ਪੇਸ਼ ਕੀਤਾ ਗਿਆ, ਕੁੜੀਆਂ ਨੂੰ ਵੀ ਥਾਣੇ 'ਚ ਰੱਖਿਆ ਗਿਆ। ਫਿਰ ਤੁਸੀਂ ਕਹਿੰਦੇ ਕੁੜੀਆਂ ਦੇ ਨਾਲ ਡੀਐਸਪੀ ਨੇ ਬੜੀ ਮੰਦੀ ਜਿਹੜੀ ਸ਼ਬਦਾਵਲੀ ਬੋਲੀ ਹੈਗੀ ਹੈ। ਦੇਖੋ, ਮੈਂ ਤਾਂ ਫਿਰ ਆਪਣੀ ਆਵਾਜ਼ ਜਿਹੜੀ ਹੈ ਉਹ ਜਾਂ ਤਾਂ ਮੀਡੀਆ ਦੇ ਰਾਹੀਂ, ਤੁਹਾਡੇ ਰਾਹੀਂ ਮੈਂ ਲਗਾਤਾਰ 1 ਹਫ਼ਤੇ ਤੋਂ ਬੋਲ ਰਿਹਾ। ਜੇ ਮੈਂ ਸਿੱਖਿਆ ਮੰਤਰੀ ਨੂੰ ਮਿਲਣ ਤੋਂ ਬਾਅਦ ਵੀ ਕੋਈ ਮਸਲੇ ਦਾ ਹੱਲ ਨਾ ਹੋਵੇ ਤਾਂ ਮੇਰੇ ਖਿਆਲ ਦੇ ਅੰਦਰ ਫਿਰ ਇੱਕ ਅਜਿਹਾ ਦਰਵਾਜ਼ਾ ਰਹਿ ਜਾਂਦਾ ਗਵਰਨਰ ਸਾਹਿਬ ਦਾ, ਉਹਨੂੰ ਜਾ ਕੇ ਖਟਖਟਾਉਣਾ ਪੈਂਦਾ। ਕਿਹੜੇ ਮੂੰਹ ਦੇ ਨਾਲ ਹਰਪਾਲ ਚੀਮਾ ਜੀ ਕਹਿ ਰਹੇ ਆ ਕਿ ਦਲਿਤਾਂ ਦੇ ਨਾਲ ਬੇਇਨਸਾਫੀ ਜਿਹੜੀ ਆ ਉਹ ਨਹੀਂ ਹੋ ਰਹੀ? ਤਾਂ ਮੈਨੂੰ ਹਰਪਾਲ ਚੀਮਾ ਜੀ ਦੱਸਣ ਕਿ ਇਹਨਾਂ ਨੇ ਰਿਪੋਰਟ ਲਈ ਕਿ ਕਿਹੜੇ ਵਿਦਿਆਰਥੀਆਂ ਨੂੰ ਐਗਜ਼ਾਮ ਦੇ ਅੰਦਰ ਨਹੀਂ ਬੈਠਣ ਦਿੱਤਾ ਗਿਆ, ਕਿਹੜੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਗਿਆ ਕਿ ਉਹ ਜਿਹੜੇ ਹੈ ਐਗਜ਼ਾਮ ਦੇ ਅੰਦਰ ਨਹੀਂ ਬੈਠ ਸਕੇ, ਉਹਨਾਂ ਦੀ ਜ਼ਿੰਦਗੀ ਭਵਿੱਖ ਤਬਾਹ ਹੋ ਗਈ। ਕੀ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਨਹੀਂ? ਇੱਕ ਅਖਬਾਰ ਦੇ ਅੰਦਰ ਖਬਰ ਆ ਜਾਏ ਤਾਂ ਮੇਰੇ ਖਿਆਲ ਦੇ ਅੰਦਰ ਮਿਨਿਸਟਰ ਸਾਹਿਬ ਉਹਦਾ ਵੀ ਨੋਟਿਸ ਲੈਂਦੇ ਆ। ਜੇ ਵਿਦਿਆਰਥੀਆਂ ਦੇ ਉੱਤੇ ਲਾਠੀਆਂ ਚੱਲਣ, ਬੱਚਿਆਂ ਨੂੰ ਥਾਣਿਆਂ ਦੇ ਅੰਦਰ ਬੰਦ ਕਰ ਦਿੱਤਾ ਜਾਵੇ ਤੇ ਸਰਕਾਰ ਉਹਦਾ ਫਿਰ ਕੋਈ ਸੰਗਿਆਨ ਨਾ ਲਵੇ। ਮੀਡੀਆ ਕਿਸ ਕੰਮ ਦੇ ਲਈ ਹੁੰਦਾ? ਮੀਡੀਆ ਲੋਕਾਂ ਦਾ ਚੌਥਾ ਥੰਮ ਹੈ, ਲੋਕਤੰਤਰ ਦਾ ਚੌਥਾ ਥੰਮ ਹੈ। ਜੇ ਉਹਨਾਂ ਦੇ ਰਾਹੀਂ ਆਵਾਜ਼ ਪਹੁੰਚਾਈ ਜਾ ਰਹੀ ਹੋਵੇ, ਮੇਰੇ ਖਿਆਲ ਦੇ ਅੰਦਰ ਤੁਸੀਂ ਵੀ ਮੇਰਾ ਇੰਟਰਵਿਊ ਕੀਤਾ ABC ਚੈਨਲ ਦੇ ਉੱਤੇ, ਬੇਬਾਕ ਇੰਟਰਵਿਊ ਚੱਲੀ ਹੈ, ਤਾਂ ਫਿਰ ਮੀਡੀਆ ਇਸ ਕੰਮ ਲਈ ਹੁੰਦਾ ਕਿ ਲੋਕ ਮੁੱਦਿਆਂ ਦੀ ਆਵਾਜ਼, ਲੋਕਾਂ ਦੀ ਕਚਹਿਰੀ ਦੀ ਆਵਾਜ਼ ਸਰਕਾਰ ਤੱਕ ਪਹੁੰਚਾਵੇ। ਜੇ ਫਿਰ ਕੋਈ ਨਹੀਂ ਸੁਣੇਗਾ, ਜੇ ਕੋਈ ਮਿਨਿਸਟਰ ਉਹਦਾ ਸੰਗਿਆਨ ਨਹੀਂ ਲਏਗਾ ਤਾਂ ਮੇਰੇ ਖਿਆਲ ਦੇ ਅੰਦਰ ਜਿਹੜਾ ਫਿਰ ਅਸੀਂ ਹੋਰ ਕਿੱਥੇ ਜਾਵਾਂਗੇ? ਜਿਹੜਾ ਤੁਸੀਂ ਕਹਿ ਰਹੇ ਹੋ, ਬਲਜੀਤ ਕੌਰ ਜੀ ਕਹਿ ਰਹੇ ਨੇ, ਹਰਪਾਲ ਚੀਮਾ ਜੀ ਕਹਿ ਰਹੇ ਨੇ, ਈਟੀਓ ਸਾਹਿਬ ਕਹਿ ਰਹੇ ਨੇ, ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਲੈਣ। ਮੈਂ ਵੀ ਉਹ ਮੁੱਦੇ ਲੈ ਕੇ ਆਉਂਦਾ ਲੋਕਾਂ ਦੇ ਸਾਹਮਣੇ ਕਿ ਜਿਹੜੇ ਸਾਡੇ ਲੋਕਾਂ ਦੇ ਨਾਲ ਦੁਰਵਿਵਹਾਰ ਹੋ ਰਿਹਾ, ਅਤਿਆਚਾਰ, ਉਹਨਾਂ ਨੂੰ ਬੇਇਨਸਾਫ ਜਿਹੜੀ ਹੈ ਉਹਨਾਂ ਨੂੰ ਹੋ ਰਹੀ, ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਫਿਰ ਆਪਣਾ ਜਿਹੜਾ ਹੱਕ ਹੈ ਉਹ ਮੰਗਣ ਦੇ ਲਈ ਤੁਹਾਨੂੰ ਫਿਰ
ਰਾਜ ਭਵਨ ਦਾ ਅਖੀਰ ਦੇ ਅੰਦਰ ਦਰਵਾਜ਼ਾ ਖਟਖਟਾਉਣਾ ਪੈਂਦਾ, ਕਿਉਂਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਸੀ ਤਾਂ ਮੇਰੇ ਖਿਆਲ ਭਗਵੰਤ ਮਾਨ ਜੀ ਵੀ ਸਿੱਧੇ ਫਿਰ ਗਵਰਨਰ ਹਾਊਸ ਜਾਂਦੇ ਸੀ, ਸੜਕਾਂ ਤੇ ਡੈਮੋਨਸਟ੍ਰੇਸ਼ਨ ਕਰਦੇ ਸੀ। ਅੱਜ ਜੇ ਦਲਿਤ ਵਿਦਿਆਰਥੀਆਂ ਬੱਚਿਆਂ ਨੂੰ ਡੈਮੋਨਸਟ੍ਰੇਸ਼ਨ ਕਰਦਿਆਂ ਲਾਠੀਆਂ ਪੈਣ ਤਾਂ ਮੇਰੇ ਖਿਆਲ ਦੇ ਅੰਦਰ ਹਰਪਾਲ ਚੀਮਾ ਜੀ ਥੋੜ੍ਹਾ ਜਿਹਾ ਹੋਸ਼ ਵਿੱਚ ਆਓ ਔਰ ਲੋਕਾਂ ਨੂੰ ਇਨਸਾਫ ਦਿਓ। ਤੁਸੀਂ ਪੰਜਾਬ ਦੇ ਖਜ਼ਾਨਾ ਮੰਤਰੀ ਹੋ, ਤੁਸੀਂ ਕਿਉਂ ਨਹੀਂ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਪੈਸਾ ਉਹ ਕਾਲਜਾਂ ਨੂੰ ਦਿੰਦੇ? ਕਿਉਂ ਕਾਲਜਾਂ ਜਿਹੜੇ ਪ੍ਰਿੰਸੀਪਲ ਨੇ ਉਹ ਵਿਦਿਆਰਥੀਆਂ ਨੂੰ ਐਗਜ਼ਾਮ ਦੇ ਵਿੱਚ ਬੈਠਣ ਤੋਂ, ਰੋਲ ਨੰਬਰ ਤੋਂ ਜਿਹੜੇ ਆ ਉਹ ਵਾਂਝਿਆਂ ਕਰ ਰਹੇ? ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਮਹਿਸੂਸ ਕਰਦੇ ਹੋ ਫਿਰ ਹਰਪਾਲ ਸਿੰਘ ਚੀਮਾ ਦਲਿਤ ਬੱਚਿਆਂ ਦੀ ਬਜਾਏ ਦਲਿਤ ਐਮਐਲਏ ਲਾਭ ਸਿੰਘ ਇੱਗੋਕੇ ਬਾਰੇ ਜ਼ਿਆਦਾ ਫਿਕਰਮੰਦ ਨੇ? ਦੇਖੋ, ਜੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਦੇ ਨਾਲ ਵੀ ਕੋਈ ਬੇਇਨਸਾਫੀ ਹੋਵੇ ਉਹਨੂੰ ਬੋਲਣ ਦਾ ਪੂਰਾ ਹੱਕ ਹੈ, ਤਾਂ ਜੇ ਉਹ ਮਾਨਯੋਗ ਲਾਭ ਸਿੰਘ ਇੱਗੋਕੇ ਜੀ ਦੇ ਨਾਲ ਖੜੇ ਨੇ, ਜਦ ਕਿ ਬਾਜਵਾ ਸਾਹਿਬ ਵੱਲੋਂ ਕੋਈ ਅਜਿਹਾ ਜਾਤੀ ਸੂਚਕ ਸ਼ਬਦ ਜਿਹੜਾ ਉਹ ਨਹੀਂ ਵਰਤਿਆ ਗਿਆ, ਤਾਂ ਮੇਰੇ ਖਿਆਲ ਦੇ ਜਿਹੜੀਆਂ ਵਿਦਿਆਰਥਣਾਂ ਦੇ ਉੱਤੇ ਲਾਠੀ ਚੱਲੀ ਹੈ, ਜਿਨ੍ਹਾਂ ਵਿਦਿਆਰਥਣਾਂ ਨੂੰ ਚੱਕ ਕੇ ਥਾਣਿਆਂ ਦੇ ਅੰਦਰ ਬੰਦ ਕੀਤਾ, ਤਾਂ ਪੰਜਾਬ ਸਰਕਾਰ ਨੂੰ ਉਹਦੇ ਲਈ ਵੀ ਫਿਕਰਮੰਦ ਹੋਣਾ ਚਾਹੀਦਾ। ਤਾਂ ਮੇਰੇ ਖਿਆਲ ਦੇ ਅੰਦਰ ਸੈਸ਼ਨ ਸ਼ੁਰੂ ਹੋਏਗਾ। ਮੈਂ ਦਲਿਤਾਂ ਦੇ ਮੁੱਦੇ ਅਗਰ ਸਮਾਂ ਮਿਲਿਆ ਤਾਂ ਮੈਂ ਜ਼ਰੂਰ ਜਿਹੜੇ ਆ ਉਹ ਮੁੱਦੇ ਉਠਾਵਾਂਗਾ, ਔਰ ਮੈਂ ਸਪੀਕਰ ਸਾਹਿਬ ਦੇ ਨਾਲ ਵੀ ਪਹਿਲਾਂ ਸੈਸ਼ਨ ਤੋਂ ਮੁਲਾਕਾਤ ਕਰਾਂਗਾ ਕਿ ਮੈਨੂੰ ਬੋਲਣ ਦਾ ਸਮਾਂ ਦਿੱਤਾ ਜਾਵੇ। ਹਾਂ, ਮੇਰੇ ਮੁੱਦੇ ਨੇ, ਇਹਨਾਂ ਦਾ ਆਵਾਜ਼ ਉਠਾਉਣਾ, ਲੋਕ ਹਿੱਤਾਂ ਦੀ ਆਵਾਜ਼ ਉਠਾਉਣਾ ਪੰਜਾਬ ਦੀ ਅਦਾਲਤ ਦੇ ਅੰਦਰ ਜਿਹੜੀ ਵਿਧਾਨ ਸਭਾ ਉਹ ਜ਼ਰੂਰੀ ਹੈ। ਮੈਂ ਜ਼ਰੂਰ ਮੁੱਦੇ ਉੱਥੇ ਉਠਾਵਾਂਗਾ। ਅੱਛਾ, ਇੱਕ ਗੱਲ, ਜੇ ਡੀਐਸਪੀ ਲੋਕਾਂ ਦੇ ਨਾਲ ਦੁਰਵਿਹਾਰ ਕਰਦੇ, ਤੁਸੀਂ ਉੱਥੇ ਧਰਨਾ ਲਾ ਦਿੰਦੇ, ਫਿਰ ਤੁਸੀਂ ਇੱਕ ਡੀਐਸਪੀ ਨੂੰ ਕਹਿੰਦੇ ਹੈਗੇ ਕਿ ਸਾਡੀਆਂ ਅਗਰ ਧੀਆਂ ਭੈਣਾਂ ਨੂੰ ਮਾੜੇ ਸ਼ਬਦ ਬੋਲੇ ਬਰਦਾਸ਼ਤ ਨਹੀਂ ਹੈ, ਇੱਥੇ ਕੁਝ ਵੀ ਹੋ ਸਕਦਾ। ਫਿਰ ਇੱਕ ਤੁਹਾਡੀ ਹੋਰ ਵੀਡੀਓ ਵਾਇਰਲ ਹੁੰਦੀ ਹੈ ਕਿ ਅਸੀਂ ਨਹੀਂ ਮੀਟਿੰਗ ਦੀ ਕਰਨੀ, ਕੋਈ ਨਹੀਂ ਬਾਈਕਾਟ, ਜੇ ਇੱਥੇ ਡੀਸੀ ਤੇ ਸੀਪੀ ਨਹੀਂ ਬੈਠਦੇ ਹੈਗੇ ਜੀ। ਇਹ ਜਾਇਜ਼ ਹੈ ਕਿ ਜਾਂ ਤੁਹਾਨੂੰ ਗੁੱਸਾ ਛੇਤੀ ਆ ਜਾਂਦਾ ਜੀ? ਕਿਉਂ ਜੀ, ਜੇ 2000 ਸਟੂਡੈਂਟ, ਪੂਰਾ ਸਮੁੱਚਾ ਦਲਿਤ ਸਮਾਜ, ਉਹਦੇ ਸਾਰੇ ਪੋਲੀਟੀਕਲ ਪਾਰਟੀ ਦੇ ਲੀਡਰਸ, ਮੈਂ ਇਕੱਲਾ ਨਹੀਂ ਸੀ ਉੱਥੇ, ਬਹੁਤ ਸਾਰੇ ਲੋਕ ਸੀ, ਜੇ ਡੀਸੀ ਖੁਦ ਮੀਟਿੰਗ ਲਈ ਨੋਟਿਸ ਦੇਵੇ ਕਿ ਆਓ ਤੁਹਾਡੇ ਨਾਲ ਗੱਲ ਕਰੀਏ, ਸੀਪੀ ਫੋਨ ਕਰਕੇ ਪੁਲਿਸ ਲਾਈਨ ਦੇ ਵਿੱਚ ਸੁਨੇਹੇ ਲਾਵੇ ਕਿ ਆਓ ਜੀ ਆਪਾਂ ਸਵੇਰੇ ਮਸਲੇ ਦਾ ਹੱਲ ਕਰਦੇ ਹਾਂ, ਤੇ ਜੇ ਉੱਥੇ ਗੱਲ ਸੁਣਨ ਹੀ ਨਾ ਆਉਣ ਤਾਂ ਫਿਰ ਮੀਟਿੰਗ ਦਾ ਬਾਈਕਾਟ ਕਰਨ ਤੋਂ ਬਿਨਾਂ ਚਾਰਾ ਕਿਹੜਾ ਰਹਿ ਜਾਂਦਾ ਜੀ? ਫਿਰ ਗੱਲ ਸੁਣਾਈਏ ਕਿਹਨੂੰ? ਕੋਈ ਗੱਲ ਸੁਣੇ ਤਾਂ ਗੱਲ ਸੁਣਾਈ ਜਾ ਸਕਦੀ। ਜੇ ਕੋਈ ਸੁਣਨ ਵਾਸਤੇ ਤਿਆਰ ਹੀ ਨਹੀਂ ਹੈ ਤਾਂ ਮੇਰੇ ਖਿਆਲ ਦੇ ਅੰਦਰ ਮੈਂ ਅਖੀਰ ਜਿਹੜਾ ਉਹ ਪੰਜਾਬ ਦੇ ਗਵਰਨਰ ਸਾਹਿਬ ਦੇ ਕੋਲ ਪਹੁੰਚਾਂ। ਮੈਨੂੰ ਅੱਜ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਬਿਲਕੁਲ ਇਹਦਾ ਨੋਟਿਸ ਲਾਂਗਾ, ਜੋ ਵੀ ਬਣਦੀ ਕਾਰਵਾਈ ਹੈ, ਜੋ ਵੀ ਉਹਦਾ ਇਨਕੁਆਇਰੀ ਹੈ, ਉਹ ਉਹਨਾਂ ਦਾ ਆਪਣਾ ਅਧਿਕਾਰ ਹੈ। ਜੇ ਉਹ ਉਹਦੇ ਤੇ ਸੰਗਿਆਨ ਲੈਣਗੇ, ਨੋਟਿਸ ਲੈਣਗੇ, ਸਾਨੂੰ ਇਨਸਾਫ ਦਿਵਾਉਣਗੇ, ਮੇਰੇ ਖਿਆਲ ਦੇ ਅੰਦਰ ਇਹ ਲੋਕਾਂ ਦਾ ਭਲਾ ਹੋਏਗਾ, ਵਿਦਿਆਰਥੀ ਐਗਜ਼ਾਮ 'ਚ ਬੈਠ ਸਕਣ। ਪਰ ਉਸ ਮੀਟਿੰਗ ਦੇ ਵਿੱਚ ਤੇ ਸਿਵਲ ਦੇ ਵੀ ਅਫਸਰ ਬੈਠੇ, ਪੁਲਿਸ ਦੇ ਅਫਸਰ ਵੀ ਬੈਠੇ ਹੈਗੇ ਸੀ। ਦੇਖੋ, ਜਿਨ੍ਹਾਂ ਨੇ ਮੀਟਿੰਗ ਕਾਲ ਕੀਤੀ ਹੈ, ਜੇ ਡੀਸੀ ਸਾਹਿਬ ਨੇ ਨੋਟਿਸ ਭੇਜੇ ਆ, ਆਫਿਸ ਤੋਂ ਕਾਲਸ ਗਈਆਂ ਨੇ, ਪੁਲਿਸ ਕਮਿਸ਼ਨਰ ਨੇ ਪੁਲਿਸ ਲਾਈਨ ਦੇ ਵਿੱਚ ਮੀਟਿੰਗ ਕੀਤੀ ਭੁੱਲਰ ਸਾਹਿਬ ਕਿ ਸਵੇਰੇ ਜਿਹੜਾ ਆ ਉਹ ਪੁਲਿਸ ਕਮਿਸ਼ਨਰ ਸਾਹਿਬ ਵੀ ਉੱਥੇ ਹੋਣਗੇ, ਤੁਸੀਂ ਸਾਰਿਆਂ ਨੇ ਉੱਥੇ ਆਉਣਾ। ਇਹਦਾ ਮਤਲਬ ਹੈ ਫਿਰ ਕੀ ਉਹਨਾਂ ਨੂੰ ਸਾਡੇ ਤੋਂ ਨਫ਼ਰਤ ਹੈ? ਤੇ ਉਹਨਾਂ ਨੂੰ ਸਾਡੀ ਗੱਲ ਸੁਣਨ ਵਾਸਤੇ ਆਉਣਾ ਹੀ ਪਏਗਾ, ਭਾਵੇਂ ਉਹਦੇ ਲਈ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ। ਲੋਕ ਹਿੱਤਾਂ ਦੀ ਲੜਾਈ ਫਿਰ ਗਲੀਆਂ ਬਾਜ਼ਾਰਾਂ 'ਚ ਲੜਾਂਗੇ, ਉਹਦੇ ਵਾਸਤੇ ਮੈਂ ਬਿਲਕੁਲ ਤਿਆਰ ਹਾਂ। ਅੱਜ ਫਿਰ ਉਹਨਾਂ ਦੇ ਅਫਸਰਾਂ ਦੇ ਖਿਲਾਫ ਤੁਸੀਂ ਬਾਈ ਨੇਮ ਗਵਰਨਰ ਨੂੰ ਸ਼ਿਕਾਇਤ ਕੀਤੀ? ਬਿਲਕੁਲ ਬਾਈ ਨੇਮ। ਜਦੋਂ ਉਹਨਾਂ ਦਾ ਰਵੱਈਆ ਜਿਹੜਾ ਉਹ ਠੀਕ ਨਹੀਂ ਹੈ, ਮੈਂ ਤਾਂ ਜਿਹੜੇ ਪੁਲਿਸ ਕਮਿਸ਼ਨਰ ਜਿਹੜੇ ਨੇ ਚਾਹਲ ਸਾਹਿਬ, ਉਹਨਾਂ ਦੇ ਖਿਲਾਫ ਵੀ, ਔਰ ਡੀਐਸਪੀ ਦੇ ਬਾਈ ਨੇਮ, ਔਰ ਡੀਐਸਪੀ ਨਿਰਮਲ ਸਿੰਘ, ਉਹਨਾਂ ਦੇ ਖਿਲਾਫ ਜਿਹੜੀ ਮੈਂ ਬਾਈ ਨੇਮ ਜਿਹੜੀ ਉਹ ਸ਼ਿਕਾਇਤ ਦੇ ਕੇ ਆਇਆ। ਸ਼ਿਕਾਇਤ ਕੀ ਇਨਸਾਫ ਕੀ ਮੰਗਦੇ ਹੋ? ਇਨਸਾਫ ਮੰਗਦੇ ਹੋ ਕਿ ਜੋ ਸਾਡੇ ਨਾਲ ਦੁਰਵਿਵਹਾਰ ਹੋਇਆ, ਜੋ ਕਾਰਵਾਈ ਬਣਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੀਤੀ। ਅੱਛਾ, ਕਿ ਕੁਝ ਸਭ ਇੱਕ ਹੋਰ ਹੈ, ਜਿਵੇਂ ਪੰਜਾਬ ਸਰਕਾਰ ਤੇ ਰਾਜਪਾਲ ਸਾਹਿਬ ਦੇ ਵਿਚਕਾਰ ਤਲਖੀ ਜਾਂ ਤਕਰਾਰ ਵੱਧ ਰਿਹਾ ਹੈਗਾ, ਇਹਨੂੰ ਕਿਵੇਂ ਦੇਖਦੇ ਹੈਗੇ? ਦੇਖੋ, ਮੇਰੇ ਖਿਆਲ ਦੇ ਅੰਦਰ ਅਜਿਹਾ ਇਹ ਪੰਜਾਬ ਦੇ ਲਈ ਬਹੁਤਾ ਹਿੱਤ 'ਚ ਨਹੀਂ ਹੈ। ਇੱਕ ਗਵਰਨਰ ਸਾਹਿਬ ਦੇ ਕੋਲ ਜਦੋਂ ਚੀਫ ਮਿਨਿਸਟਰ ਨਹੀਂ ਸੀ, ਤਾਂ ਇਹ ਵੀ ਗਵਰਨਰ ਕੋਲ ਇਸ ਕਰਕੇ ਜਾਂਦੇ ਹੁੰਦੇ ਸੀ ਕਿ ਸਾਡੀ ਗੱਲ ਸਰਕਾਰ ਨਹੀਂ ਸੁਣਦੀ, ਉਹ ਗਵਰਨਰ ਸਾਹਿਬ ਨੂੰ ਸੁਣਾਈ ਜਾਵੇ ਤੇ ਗਵਰਨਰ ਸਾਹਿਬ ਉਹਦੇ ਤੇ ਨੋਟਿਸ ਲੈਣ। ਹੋਰ ਗਵਰਨਰ ਸਾਹਿਬ ਕੋਲ ਕੀ ਕਰਨ ਜਾਣਾ ਹੁੰਦਾ? ਤੇ ਜੇ ਗਵਰਨਰ ਸਾਹਿਬ ਕੋਲ ਲੋਕ ਜਾ ਰਹੇ ਨੇ, ਗਵਰਨਰ ਸਾਹਿਬ ਉਹਨਾਂ ਕੋਲ ਚਿੱਠੀਆਂ ਦਾ ਜਵਾਬ ਮੰਗ ਰਹੇ ਨੇ, ਤਾਂ ਮੇਰੇ ਖਿਆਲ ਦੇ ਅੰਦਰ ਇੱਕ ਸੰਵਿਧਾਨ ਦਾ ਦਾਇਰਾ ਹੀ ਹੈ, ਤਾਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਗੱਲਾਂ ਦਾ ਜਵਾਬ ਦੇ ਦੇਣਾ ਚਾਹੀਦਾ, ਜਾਂ ਫਿਰ ਇਹ ਕਹਿ ਦੇਣਾ ਚਾਹੀਦਾ ਕਿ ਮੈਂ ਕੋਈ ਜਵਾਬ ਨਹੀਂ ਦੇਣਾ, ਇਹ ਚਿੱਠੀ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਮੇਰੇ ਖਿਆਲ ਦੇ ਅੰਦਰ ਇਹ ਗਵਰਨਰ ਸਾਹਿਬ ਦਾ ਅਧਿਕਾਰ ਹੈ ਕਿ ਉਹ ਅਗਲਾ ਕੀ ਰੁਖ ਅਖਤਿਆਰ ਕਰਦੇ ਹੈ। ਪਰ ਮੈਂ ਸਮਝਦਾ ਕਿ ਇਹ ਸਰਕਾਰ ਔਰ ਜਿਹੜਾ ਗਵਰਨਰ ਸਾਹਿਬ ਦੇ ਅੰਦਰ ਅਜਿਹਾ ਗੈਪ ਹੈ,
ਇਹ ਚਿੰਤਾ ਦਾ ਵਿਸ਼ਾ ਹੈ ਔਰ ਇਹਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਉਹ ਨਰਮ ਰੁਖ ਅਖਤਿਆਰ ਕਰਕੇ ਗਵਰਨਰ ਸਾਹਿਬ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ, ਨਾ ਕਿ ਬਹੁਤਾ ਟਕਰਾਅ ਬਣਾਇਆ ਜਾਵੇ। ਇਸ ਵਿੱਚ ਤਾਂ ਲੱਗਦਾ ਕਿ ਸਟੇਟ ਦਾ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਨੁਕਸਾਨ ਹੋਏਗਾ। ਦੇਖੋ, ਬਹੁਤ ਨੁਕਸਾਨ ਤਾਂ ਹੋ ਰਿਹਾ ਹੈ। ਪੈਸਾ ਜਿਹੜਾ ਉਹ ਸੈਂਟਰ ਤੋਂ ਨਹੀਂ ਆ ਰਿਹਾ, ਬਹੁਤ ਮੁੱਦੇ ਨੇ ਪੰਜਾਬ ਦੇ ਅੰਦਰ। RDF ਦਾ ਪੈਸਾ ਨਹੀਂ ਆ ਰਿਹਾ, GST ਦਾ ਪੈਸਾ ਸਾਡਾ ਰੁਕ ਗਿਆ, ਯੂਨੀਵਰਸਿਟੀਆਂ ਦੇ ਪੈਸੇ ਰੁਕ ਗਏ, ਬਹੁਤ ਕੁਝ ਹੋ ਰਿਹਾ। ਜੇ ਸਰਕਾਰ ਕੋਈ ਸਹਿਯੋਗ ਲੈਣਾ ਚਾਹੇ ਤਾਂ ਮੇਰੇ ਖਿਆਲ ਦੇ ਅੰਦਰ ਅਸੀਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਸਹਿਯੋਗ ਦੇਣ ਵਾਸਤੇ ਬਿਲਕੁਲ ਤਿਆਰ ਹਾਂ। ਜੇ ਸਰਕਾਰ ਕੋਈ ਚੰਗੀ ਕਾਰਗੁਜ਼ਾਰੀ ਕਰਦੀ ਹੈ ਉਹਨੂੰ ਸਲਾਹਿਆ ਜਾਣਾ ਚਾਹੀਦਾ। ਮੈਂ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਔਨ ਰਿਕਾਰਡ ਕਿਹਾ ਕਿ ਅਗਰ ਸਰਕਾਰ ਕੋਈ ਚੰਗੇ ਕਦਮ ਚੱਕੇਗੀ, ਜਿਹੜੇ ਸਰਕਾਰ ਨੇ ਕੋਈ ਚੰਗੇ ਕੰਮ ਕੀਤੇ, ਮੈਂ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ। ਮੇਰੇ ਖਿਆਲ ਦੇ ਅੰਦਰ ਪੰਜਾਬ ਨੂੰ ਇਸ ਵੇਲੇ ਬਚਾਉਣ ਦੀ ਲੋੜ ਹੈ। ਪੰਜਾਬ ਪਹਿਲਾਂ ਆ, ਰਾਜਨੀਤਿਕ ਗੱਲਾਂ ਬਾਅਦ 'ਚ। ਲੱਗਦਾ ਕਿ 16 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਬਚਾ ਨਹੀਂ ਪਈ। ਉਹ ਤਾਂ ਕਹਿੰਦੇ ਕਿ ਪਿਛਲਿਆਂ ਨੇ ਕੰਡੇ ਸੀ, ਅਸੀਂ ਉਹ ਚੁਗ ਰਹੇ, ਅਸੀਂ ਤੇ ਰੰਗਲਾ ਪੰਜਾਬ ਬਣਾਉਣਾ ਵਾ। ਕੋਈ ਗੱਲ ਨਹੀਂ, ਜੇ ਉਹ ਕੰਡੇ ਚੁਗ ਰਹੇ ਨੇ ਤਾਂ ਲੋਕਾਂ ਨੇ ਫਿਰ ਸਾਨੂੰ ਸੱਤਾ ਤੋਂ ਬਾਹਰ ਲਾਂਭੇ ਕਰ ਦਿੱਤਾ ਹੈ ਤੇ ਇਹਨਾਂ ਨੂੰ ਫਿਰ ਜ਼ਿੰਮੇਵਾਰੀ ਇਸ ਕਰਕੇ ਦਿੱਤੀ ਹੈ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣ। ਜਿਹੜੇ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਕਰਜ਼ਾ ਨਹੀਂ ਲੈਣਾ, ਹੁਣ ਕਹਿੰਦੇ ਨੇ ਸਾਡੇ ਫੰਡਾਂ ਦੇ ਅੰਦਰ ਕਟੌਤੀ ਕਰ ਦਿੱਤੀ ਹੈ। ਉਦੋਂ ਤਾਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ 20% ਕਰਪਸ਼ਨ ਹੁੰਦੀ ਹੈ, ਅਸੀਂ 20,000 ਕਰੋੜ ਰੁਪਈਆ ਕਰਪਸ਼ਨ ਦੇ ਵਿੱਚੋਂ ਜਿਹੜਾ ਖਾਂਦੇ ਸੀ, ਸਾਡੇ ਕੋਲ ਉਹ ਆ ਜਾਣਾ। 30,000 ਕਰੋੜ ਰੁਪਈਆ ਸਾਡੇ ਕੋਲ ਐਕਸਾਈਜ਼ ਪਾਲਿਸੀ ਦਾ ਆ ਜਾਣਾ। 20,000 ਤੋਂ 25,000 ਕਰੋੜ ਰੁਪਈਆ ਸਾਡੇ ਕੋਲ ਮਾਈਨਿੰਗ ਦੇ ਵਿੱਚੋਂ ਬਣ ਜਾਣਾ। ਤਾਂ ਮੇਰੇ ਖਿਆਲ ਦੇ ਅੰਦਰ ਫਿਰ ਤਾਂ ਕਰਜ਼ਾ ਚੁੱਕਣ ਦੀ ਕੋਈ ਲੋੜ ਹੀ ਨਹੀਂ ਸੀ। ਬਿਜਲੀ ਦੇ ਮਾਮਲੇ ਦੇ ਉੱਤੇ ਜਿਹੜਾ ਤੁਸੀਂ ਸੈਂਟਰ ਦੇ ਕੋਲ ਜਾ ਕੇ ਹੁਣ ਗੋਡੇ ਟੇਕ ਰਹੇ ਹੋ। ਤੁਸੀਂ ਲੋਕਾਂ ਨੂੰ ਕਿਹਾ ਕਿ ਅਸੀਂ 75,000 ਕਰੋੜ ਰੁਪਈਆ, 80,000 ਕਰੋੜ ਰੁਪਈਆ ਤਾਂ ਚੁਟਕੀ ਮਾਰ ਕੇ ਕਹਿੰਦੇ ਸੀ ਅਸੀਂ ਖਜ਼ਾਨੇ ਦੇ ਅੰਦਰ ਜਮ੍ਹਾਂ ਕਰ ਦੇਣਾ। ਤਾਂ ਮੈਂ ਫਿਰ ਤੁਹਾਨੂੰ ਮੰਗਣ ਦੀ ਕੀ ਲੋੜ ਹੈ? ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖੀਆਂ ਜਾਣੀਆਂ ਚਾਹੀਦੀਆਂ। ਪ੍ਰਾਪਤੀਆਂ ਸਰਕਾਰ ਗਣਾਵੇ ਕਿ ਕਿਹੜੀਆਂ ਪ੍ਰਾਪਤੀਆਂ ਸਰਕਾਰ ਨੇ ਕੀਤੀਆਂ ਨੇ। ਮੇਰੇ ਖਿਆਲ ਦੇ ਅੰਦਰ ਜੇ ਪ੍ਰਾਪਤੀਆਂ ਹੁੰਦੀਆਂ ਤਾਂ ਮੇਰੇ ਖਿਆਲ ਦੇ ਅੰਦਰ ਲੋਕ ਸੜਕਾਂ 'ਤੇ ਨਾ ਉਹਦੇ ਡੈਮੋਨਸਟ੍ਰੇਸ਼ਨ ਨਾ ਕਰਦੇ ਨਜ਼ਰ ਆਉਣ। ਲੋਕਾਂ ਨੂੰ ਇਨਸਾਫ ਦੇਣਾ ਸਰਕਾਰ ਦੀ ਡਿਊਟੀ ਹੈ। ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਇਸ ਨੇ ਸੁਖਵਿੰਦਰ ਸਿੰਘ ਕੋਟਲੀ ਜਿਨ੍ਹਾਂ ਨੇ ਆਪਣੇ ਜਿਹੜੇ ਦੁੱਖੜੇ ਨੇ ਉਹ ਸੁਣਾਏ ਨੇ ਪੰਜਾਬ ਦੇ ਰਾਜਪਾਲ ਤੱਕ ਕਿ ਆਖਿਰ ਉਹਨਾਂ ਦੇ ਨਾਲ ਕੀ ਕੁਝ ਹੋਇਆ, ਔਰ ਖਾਸ ਕਰਕੇ ਪੰਜਾਬ ਦੇ ਵਿੱਚ ਦਲਿਤ ਬੱਚਿਆਂ ਦੇ ਨਾਲ ਕੀ ਕੁਝ ਹੋ ਰਿਹਾ। ਲਾਠੀਚਾਰਜ ਵੀ ਹੋ ਰਹੇ ਨੇ, ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ ਤੇ ਹਿਰਾਸਤ 'ਚ ਵੀ ਰੱਖਿਆ ਗਿਆ। ਦੇਖਦੇ ਹਾਂ ਇਸ ਮਸਲੇ ਤੇ ਪੰਜਾਬ ਦੇ ਰਾਜਪਾਲ ਪੰਜਾਬ ਸਰਕਾਰ ਨੂੰ ਕੀ ਦਿਸ਼ਾ ਨਿਰਦੇਸ਼ ਦਿੰਦੇ ਨੇ। ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।